अंध घोर असंख चोर हराम खोर असंख अमर कर जाए जोर असंख गलवड हत्या कमाए असंख पापी पाप कर जाए असंख कुड़ियार कूड़े फिराए असंख मलेश मल भख खाए असंख निंदक सिर करे भार नानक नीच कहे विचार वारिया ना जावा एक वार जो तुद भावै साई पलिकार तू सदा सलामत निरंकार। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਵਿੱਚ ਜਿੱਥੇ ਤੱਕ ਅਸੀਂ ਪਿਛਲੇ ਕਲਾਸ ਦੇ ਵਿੱਚ ਅਸੀਂ 17ਵੀਂ ਪੌੜੀ ਤੱਕ ਜਿਹੜਾ ਹੈ ਸਮਝਿਆ ਸੀ, ਅੱਜ ਉਸ ਤੋਂ ਅੱਗੇ ਦੀ ਵਿਚਾਰ ਜਿਹੜੀ ਹੈ 18ਵੀਂ ਪੌੜੀ ਦੀ ਤੁਸੀਂ ਸੁਣਿਆ ਔਰ ਇਹਦੀ ਵਿਚਾਰ ਅਸੀਂ ਆਰੰਭ ਕਰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਪਿੱਛੇ ਪੌੜੀਆਂ ਦੇ ਵਿੱਚ ਸਮਝ ਕੇ ਆਏ ਹਾਂ ਕਿ ਜੋ ਹੁਕਮ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਪਹਿਲੀ ਪੌੜੀ ਦੇ ਵਿੱਚ ਹੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਔਰ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਰ। ਉਸ ਤੋਂ ਪਹਿਲੇ ਉਹ ਕਿਵ ਸਚਿਆਰਾ ਹੋਣ ਦੀ ਗੱਲ ਦੀ ਜਿਹੜੀ ਪੂਰਤੀ ਹੈ ਉਹ ਹੁਕਮ ਰਜ਼ਾਈ ਚੱਲਣਾ ਤੋਂ ਹੀ ਸ਼ੁਰੂਆਤ ਹੈ। ਸਚਿਆਰ ਹੋਣ ਦੀ ਜਿਹੜੀ ਕੰਡੀਸ਼ਨ ਹੈ ਨਾ ਉਹ ਕੇਵਲ ਤੇ ਕੇਵਲ ਹੁਕਮ ਮੰਨਣ ਦੇ ਵਿੱਚ ਹੈ। ਔਰ ਥੋੜ੍ਹਾ ਜਿਹਾ ਅਸੀਂ ਰੀਕੈਪ ਅਸੀਂ ਕਰੀਏ ਤਾਂ ਜਿਹੜੀ 16ਵੀਂ ਪੌੜੀ ਸੀ ਉਹਦੇ ਵਿੱਚ ਜਦੋਂ ਅਸੀਂ ਪੜ੍ਹਿਆ ਸੀ ਕਿ ਕੀਤਾ ਪਸਾਓ ਏਕੋ ਕਵਾਓ ਉਸ ਤਿਸ 'ਤੇ ਹੋਏ ਲੱਖ ਦਰਿਆਓ। ਉਹ ਜਿਹੜੇ ਲੱਖਾਂ ਦਰਿਆ ਵਗਦੇ ਨੇ ਅੰਦਰ, ਉਹ ਉਸ ਲੱਖਾਂ ਦਰਿਆਵਾਂ ਦੇ ਵਗਣ ਦੀ ਜਿਹੜੀ ਗੱਲ ਅਗਲੀਆਂ 3 ਪੌੜੀਆਂ ਦੇ ਵਿੱਚ ਸਾਨੂੰ ਦੱਸੀ ਹੈ ਕਿ ਕਿਹੜੇ ਕਿਹੜੇ ਦਰਿਆ ਅੰਦਰੋਂ ਝਰਨਿਆਂ ਵਾਕਣ ਵਗਦੇ ਨੇ। ਉਹ ਲੱਖਾਂ ਦਰਿਆ ਕਿਹੜੇ ਨੇ, ਉਹ ਸੀ ਲੱਖਾਂ ਤਿਸ 'ਤੇ ਹੋਏ ਲੱਖ ਦਰਿਆਓ ਦੀ ਅਗਲੀ ਗੱਲ ਜਿਹੜੀ ਸੀ ਨਾ ਉਹ ਅਸੰਖ ਦੀ ਪੌੜੀਆਂ ਦੇ ਵਿੱਚ ਚੱਲਦੀ ਹੈ। ਜਿਹੜਾ ਅਸੀਂ ਪਿਛਲੀ ਪੌੜੀ ਦੇ ਵਿੱਚ ਵੀ ਅਸੰਖ ਦੀ ਜਿਹੜੀ ਪੌੜੀ ਪੜ੍ਹ ਚੁੱਕੇ ਹਾਂ। ਅਤੇ ਅੱਜ ਦੀ ਜਿਹੜੀ ਵਿਚਾਰ ਹੈ, ਜਦੋਂ ਅਸੀਂ ਪਿਛਲੀ ਵਿਚਾਰ ਅਸੀਂ ਕੀਤੀ ਸੀ ਉਹਦੇ ਵਿੱਚ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਜਾਵਾਂ ਏਕ ਵਾਰ, ਅਤੇ ਉਹ ਕੁਦਰਤ ਕਵਣ ਕਹਾਂ ਵਿਚਾਰ ਦੀ ਜਿਹੜੀ ਗੱਲ ਸੀ ਉਹਦੇ ਵਿੱਚ ਜਿਹੜੇ ਉੱਪਰ ਦੇ ਖਿਆਲ ਸੀ ਜਿਹੜੇ ਸਾਨੂੰ ਉਚਾਈਆਂ ਵੱਲ ਲੈ ਕੇ ਜਾਂਦੇ ਨੇ, ਉਹਨਾਂ ਖਿਆਲਾਂ ਦੀ ਗੱਲ ਸੀ। ਅਤੇ ਜਦੋਂ ਅੱਜ ਦੀ ਪੌੜੀ ਦੇ ਵਿੱਚ ਸਾਰੇ ਉਹ ਖਿਆਲ ਨੇ ਜਿਹੜੇ ਸਾਨੂੰ ਗਹਿਰਾਈ ਵੱਲ, ਜਿਹੜੀ ਨਿਚਾਈ ਵੱਲ ਲੈ ਕੇ ਜਾਂਦੇ। ਔਰ ਇਹਨਾਂ ਨਿਚਾਈ ਦੇ ਜਿਹੜੇ ਖਿਆਲ ਨੇ ਸੀ, ਕਿਉਂਕਿ ਆਖਰੀ ਪੌੜੀ ਦੀ ਆਖਰੀ ਪੰਕਤੀਆਂ ਨੂੰ ਅਸੀਂ ਪਹਿਲੇ ਵਿਚਾਰਦੇ ਹਾਂ, ਪੌੜੀ ਦਾ ਜਿਸ ਜਿਹੜੀ ਆਖਰੀ ਪੰਕਤੀ 'ਚ ਹੁੰਦਾ, ਅਤੇ ਜਿਹੜੀ ਆਖਰੀ ਪੰਕਤੀਆਂ ਜਿਹੜੀਆਂ ਨਾ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਨੀਚ ਕਹੇ ਵਿਚਾਰ। ਹੁਣ ਇਹ 3 ਪੌੜੀਆਂ ਦੇ ਵਿੱਚ ਇੱਕ ਫਰਕ ਹੈਗਾ ਕਿ ਇਸ ਪੌੜੀ ਦੇ ਵਿੱਚ ਜਿੱਥੇ ਇਹ ਸਾਰੀਆਂ ਉਸ ਨੀਚਤਾ ਦੀ ਵਿਚਾਰ ਦੀ ਜਿਹੜੀ ਗੱਲ ਕੀਤੀ ਹੈ ਨਾ, ਉਹਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਥੋੜ੍ਹੀ ਜਿਹੀ ਅਸੀਂ ਧਿਆਨ ਦੇਣ ਵਾਲੀ ਗੱਲ ਅਸੀਂ ਜਦ ਕਈ ਵਾਰੀ ਅਸੀਂ ਸਪੀਡ ਨਾਲ ਪੜ੍ਹ ਜਾਂਦੇ ਨੇ ਨਾਨਕ ਨੀਚ ਕਹੇ ਵਿਚਾਰ, ਅਤੇ ਅਸਲ ਲੱਗਦਾ ਕਿ ਨਾਨਕ ਆਪਣੇ ਆਪ ਨੂੰ ਨੀਚ ਕਹਿ ਰਹੇ ਨੇ ਜਾਂ ਨਾਨਕ ਨੀਚ। ਲੇਕਿਨ ਨਾਨਕ ਦੇ ਬਾਅਦ ਜਦੋਂ ਅਸੀਂ ਵਿਸ਼ਰਾਮ ਦਿਆਂਗੇ ਨਾ ਤਾਂ ਪਤਾ ਲੱਗਦਾ ਨਾਨਕ ਨੀਚ ਕਹੇ ਵਿਚਾਰ। ਇਸ ਜਿਹੜੀ ਨੀਚਤਾ ਦੀ ਜਿਹੜੀ ਗੱਲਾਂ ਨਾ ਇਹਦੀ ਵਿਚਾਰ ਕੀਤੀ ਹੈ ਇਸ ਪੌੜੀ ਦੇ ਵਿੱਚ। ਇਹ ਕਿਹੜੇ ਕਿਹੜੇ ਵਿਚਾਰ ਸਾਡੇ ਨੀਚਤਾ ਵਾਲੇ ਸਾਡੇ ਆਉਂਦੇ ਨੇ ਖਿਆਲ। ਜੋ ਤੁਧ ਭਾਵੈ ਸਾਈ ਭਲੀਕਾਰ। ਭਲੀਕਾਰ ਭਲੇ ਕੰਮ, ਕਾਰ ਦਾ ਮਤਲਬ ਕੰਮ। ਅਸੀਂ ਕਹਿੰਦੇ ਕਿਹੜਾ ਕੰਮ ਕਾਰ ਹੈ ਤੁਹਾਡਾ, ਜਿਹੜੇ ਸਾਡੇ ਕੀਤੇ ਨੇ ਕਿਰਤ ਜਿਹੜੇ ਕੰਮ ਜਿਹੜੇ ਵੀ ਅਸੀਂ ਕਰਦੇ ਹਾਂ ਸਾਡੇ ਕਰਮ। ਜੋ ਤੈਨੂੰ ਭਾਉਂਦਾ ਜੋ ਤੁਧ ਭਾਵੈ ਉਹੀ ਕਾਰ ਭਲੀ ਹੈ। ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਉਹਦਾ ਹੁਕਮ ਉਹ ਨਿਯਮ ਹਮੇਸ਼ਾ ਰਹਿਣ ਵਾਲਾ ਹੈ। ਹੁਣ ਇਸ ਪੌੜੀ ਦੇ ਵਿੱਚ ਜਿਹੜੀ ਅਰਥ ਜਦੋਂ ਅਸੀਂ ਸਮਝਦੇ ਹਾਂ ਨਾ, ਜੋ ਅੱਜ ਤੱਕ ਕੀਤੇ ਨੇ, ਅਸੀਂ ਸ਼ੁਰੂਆਤ ਦੇ ਵਿੱਚ ਹੀ ਜਦੋਂ ਜਪਜੀ ਸਾਹਿਬ ਦੀ ਸ਼ੁਰੂਆਤ ਕੀਤੀ ਸੀ ਤਾਂ ਵੀ ਇੱਕ ਗੱਲ ਕਹੀ ਸੀ ਕਿ ਜੋ ਅੱਜ ਤੱਕ ਅਸੀਂ ਪੜ੍ਹਦੇ ਆਏ ਹਾਂ, ਜੋ ਕਿਤਾਬਾਂ 'ਚ ਲਿਖਿਆ ਹੋਇਆ ਹੈ, ਜੋ ਅਸੀਂ ਸੁਣਿਆ, ਉਸ ਤੋਂ ਹੋ ਸਕਦਾ ਅੱਜ ਇੱਥੇ ਬੈਠੇ ਦੀ ਵਿਚਾਰ ਸਾਨੂੰ ਥੋੜ੍ਹੀ ਅਲੱਗ ਹੋਏ। ਲੇਕਿਨ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹ ਪਿਛਲੇ ਨੂੰ ਅਸੀਂ ਕੋਈ ਗਲਤ ਕਹਿ ਰਹੇ ਹਾਂ ਜਾਂ ਉਹਨੂੰ ਬਿਲਕੁਲ ਕੰਡਮ ਕਰ ਰਹੇ ਹਾਂ। ਗੱਲ ਇਹ ਹੈ ਕਿ ਜਪਜੀ ਸਾਹਿਬ ਦੀ ਜਿਹੜੀ ਲੜੀ ਪੂਰੀ ਚੱਲਦੀ ਵੀ ਹੈ, ਜਿੱਥੋਂ ਅਸੀਂ ਸ਼ੁਰੂਆਤ ਕੀਤੀ ਹੈ, ਚਾਹੇ ਉਹ ਮੂਲ ਸਿਧਾਂਤ ਏਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਦੇ ਨੇ, ਅਤੇ ਚਾਹੇ ਅਸੀਂ ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ। ਹੁਕਮ ਰਜ਼ਾਈ ਦੀ ਜਿਹੜੀ ਗੱਲ ਅਸੀਂ ਲੜੀ
ਫੜ ਕੇ ਅਸੀਂ ਜਦੋਂ ਤੁਰਦੇ ਪਏ ਆ ਨਾ, ਉਹ ਲੜੀ ਅਸੀਂ ਕਿਤੋਂ ਵੀ ਟੁੱਟਣ ਨਹੀਂ ਦਿੰਦੇ, ਉਹ ਲੜੀ ਨਹੀਂ ਟੁੱਟਣੀ ਚਾਹੀਦੀ। ਹੁਣ ਜਦੋਂ ਅਸੀਂ ਇਹ ਕਰ ਦਿੰਦੇ ਹਾਂ, ਜਦ ਇਹ ਅਰਥ ਕਰਨੇ ਕਿ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਦੁਨੀਆ ਦੇ ਵਿੱਚ ਅਸੰਖ ਹੀ ਮੂਰਖ ਨੇ, ਅਸੰਖ ਹੀ ਚੋਰ ਨੇ। ਗੁਰਬਾਣੀ ਦੇ ਵਿੱਚ ਗੁਰਬਾਣੀ ਕਹਿੰਦੀ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਝ ਤੇਰਾ ਭਾਣਾ। ਕਿਸੇ ਨੂੰ ਮੂਰਖ ਨਹੀਂ ਕਿਹਾ। ਜਿੱਥੇ ਵੀ ਮੂਰਖ ਦੀ ਗੱਲ ਕੀਤੀ ਹੈ ਨਾ, ਉਹ ਮੂਰਖ ਆਪਣੇ ਆਪ ਨੂੰ ਕਿਹਾ ਜਾਂ ਮਨ ਨੂੰ ਕਿਹਾ। ਮਨ ਮੂਰਖ ਕਾਹੇ ਬਿਲ ਲਾਈਏ, ਪੜ੍ਹਦੇ ਆ ਨਾ। ਦੁਨੀਆ ਨੂੰ, ਕਿਸੇ ਦੂਜੇ ਨੂੰ, ਸਾਹਮਣੇ ਵਾਲੇ ਨੂੰ ਉਂਗਲ ਕਰਕੇ ਮੂਰਖ ਕਰਨ ਦੀ, ਕਹਿਣ ਦੀ, ਮੰਨਣ ਦੀ ਗੱਲ ਗੁਰਬਾਣੀ ਨਹੀਂ ਦੱਸਦੀ। ਪਰ ਇਹ ਗੱਲ ਵੱਖਰੀ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ, ਸਾਨੂੰ ਬੜੇ ਸਾਰੇ ਸ਼ਬਦ ਮਿਲਦੇ ਨੇ ਜਿਹਦੇ 'ਚ ਸਾਨੂੰ ਲਫ਼ਜ਼ ਆਉਂਦਾ ਗੁਰਮੁਖ। ਗੁਰਮੁਖ ਲਫ਼ਜ਼ ਕਈ ਵਾਰੀ ਆਉਂਦਾ, ਕਈ ਵਾਰੀ ਸਾਨੂੰ ਲਫ਼ਜ਼ ਆਉਂਦਾ ਮਨਮੁਖ। ਔਰ ਤੁਸੀਂ ਗੁਰਬਾਣੀ ਪੜ੍ਹਦੇ ਪੜ੍ਹਦੇ ਅਸੀਂ ਮਤਲਬ ਬੇਧਿਆਨ ਨਹੀਂ ਸਮਝੋ, ਅਸੀਂ ਭਾਵੇਂ ਪੜ੍ਹਦੇ ਹੋਈਏ, ਲੇਕਿਨ ਜਿੱਥੇ ਮਨਮੁਖ ਸ਼ਬਦ ਆਉਂਦਾ ਨਾ, ਉਹ ਅਸੀਂ ਕਦੀ ਆਪਣੇ ਤੇ ਨਹੀਂ ਟੁਕਾਉਂਦੇ। ਕਹਿੰਦੇ ਮਨਮੁਖ, ਉਹ ਕਿਸੇ ਬੰਦੇ ਦਾ ਧਿਆਨ ਆਉਂਦਾ ਸਾਨੂੰ, ਦੂਜੇ ਦਾ ਜਾਂ ਦੁਨੀਆ ਦਾ, ਜਾਂ ਕਿਸੇ ਖਾਸ ਕਿਸੇ ਬੰਦੇ ਦਾ ਧਿਆਨ ਆਉਂਦਾ। ਮਨਮੁਖ ਉਹ ਫਲਾਣਾ ਬੰਦਾ। ਔਰ ਗੁਰਮੁਖ ਜਿੱਥੇ ਆਉਂਦਾ ਤਾਂ ਉਹ ਫਿਰ ਆਪਣੇ ਤੇ ਲਾ ਲੈਂਦਾ, ਗੁਰਮੁਖ ਤੇ ਮੈਂ ਹੀ ਹਾਂ। ਇਸੇ ਤਰ੍ਹਾਂ ਇਹਦੇ ਵਿੱਚ ਵੀ ਜਦੋਂ ਹੁਣ ਸ਼ਬਦ ਪੜ੍ਹਦੇ ਹਾਂ ਅਸੀਂ, ਹੁਣ ਇਹਦੇ 'ਚ ਜਦੋਂ ਅਰਥ ਪੜ੍ਹਦੇ ਹਾਂ ਨਾ ਕਿ ਅਸੰਖ ਮੂਰਖ, ਦੁਨੀਆ 'ਚ ਅਸੰਖ ਮੂਰਖ ਨੇ, ਅਸੰਖ ਚੋਰ ਹਰਾਮਖੋਰ ਨੇ। ਗੁਰਬਾਣੀ ਕਹਿੰਦੀ ਹੈ, ਹਰ ਅਰਾਧ ਨਾ ਜਾਣਾ ਰੇ, ਹਰ 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 ਗੁਰ ਗੁਰ ਕਰਤਾ ਰੇ, ਹਰ ਜਿਉ ਨਾਮ ਪਰਿਓ ਰਾਮਦਾਸ। ਇਹ ਰਹਾਉ ਦੀ ਪੰਕਤੀ ਹੈ। ਹੁਣ ਸਮਝ ਦੇ ਪਹਿਲਾ ਜਿਹੜਾ ਪਤਾ ਹੈ ਨਾ, ਕੋਟ ਬ੍ਰਹਮੰਡ ਕੋ ਠਾकुर स्वामी सर्व जियां का दाता रे, ਪ੍ਰਿਤ ਪਾਲੇ ਨਿਤ ਸਾਰ ਸਮਾਰੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹੁਣ ਗੁਣ ਨਹੀਂ, ਮੂਰਖ ਕੌਣ ਹੈ? ਮੂਰਖ ਉਹ ਨਹੀਂ ਹੈ। ਮੂਰਖ ਜਿਹਦੀ ਰਹਾਉ 'ਚ ਗੱਲ ਕੀਤੀ ਹੈ, ਹਰ ਜਿਉ ਨਾਮ ਪਰਿਓ ਰਾਮਦਾਸ। ਮੈਂ ਆਪਣੀ ਗੱਲ ਕਰਤੀ ਹੈ, ਆਪਣੀ ਗੱਲ ਕਰਦੇ। ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਪਰ ਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੈ, ਮੈਂ ਮੂਰਖ ਜਾਣਿਆ ਦੂਰੀ ਰੇ। हर बेअंत हर मित कर वरनो, क्या जाना होए कैसो रे, करो बेनती सतगुर अपने, मैं मूरख देह उपदेसो रे। गल अपनी कीती हुई है। फिर अगे क्या, मैं मूरख की केतक बात है, कोट पराधी तरिया रे, गुरु नानक जिन सुनिया पेख्या, सिगे फिर करवास न करे। सो सारी गल जी ना, वो अपने उत्ते लाई है ढुका के, ਕਿਸੇ ਦੂਸਰੇ ਨੂੰ ਨਹੀਂ ਗੱਲ ਕੀਤੀ। ਜਦੋਂ ਅਸੀਂ ਇਹਦੇ ਵਿੱਚ ਵੀ ਪੜ੍ਹਦੇ ਹਾਂ, ਅਸੀਂ ਆਮ ਬੜੀ ਪ੍ਰਚਲਿਤ ਅਸੀਂ ਲਾ ਦਿੰਦੇ ਹਾਂ, ਮੂਰਖੇ ਨਾਲ ਨਾ ਲੁੱਝੀਏ। ਜਿਹਦੇ ਕੋਈ ਗੱਲਬਾਤ ਬਹਿਸ ਹੁੰਦੀ ਨਾ, ਔਰ ਚੱਲ ਛੱਡਣਾ ਯਾਰ, ਗੁਰਬਾਣੀ 'ਚ ਨਹੀਂ ਆਇਆ ਮੂਰਖੇ ਨਾਲ ਨਾ ਲੁੱਝੀਏ। ਨਹੀਂ, ਲੁੱਝੀਏ ਦਾ ਮਤਲਬ ਹੁੰਦਾ ਉਲਝਣਾ। ਕਿਹਦੇ ਨਾਲ ਉਲਝਦੇ ਰਹਿੰਦੇ ਹਾਂ ਅਸੀਂ ਸਾਰਾ ਦਿਨ? ਮਨ। ਸਾਰਾ ਹਰ ਟਾਈਮ ਜਦੋਂ ਸਾਡੇ ਕੋਲ ਖਾਲੀ ਟਾਈਮ ਹੁੰਦਾ, ਸਾਡਾ ਇੱਕੋ ਹੀ ਕੰਮ ਹੈ, ਮਨ ਦੇ ਨਾਲ ਉਲਝਣਾ। ਮਨ ਮੂਰਖ ਨੂੰ ਕਿਹਾ, ਮੂਰਖ ਨੂੰ ਮਨ ਨੂੰ ਕਿਹਾ, ਮਨ ਮੂਰਖ ਕਾਹੇ ਬਿਲਾ, ਮੂਰਖੇ ਨਾਲ ਨਾ ਲੁੱਝੀਏ। ਪੂਰਾ ਅਸੀਂ ਪੜ੍ਹਦੇ ਨਾ ਤਾਂ ਸਮਝ ਆਉਂਦੀ ਹੈ ਕਿ ਮੂਰਖੇ ਨਾਲ ਨਾ ਲੁੱਝੀਏ, ਮਨ ਦੀ ਗੱਲ ਕੀਤੀ ਹੈ। ਇਹਦੇ ਨਾਲ ਉਲਝਣਾ, ਕੁਛ ਨਹੀਂ ਲੱਭਣਾ ਤੈਨੂੰ ਵਿੱਚ। ਸੋ ਮੂਰਖ ਦਾ ਐਕਚੁਅਲ ਜਦੋਂ ਮੀਨਿੰਗ ਅਸੀਂ ਦੇਖਾਂਗੇ ਨਾ, ਮੂਰਖ ਦਾ ਮਤਲਬ ਹੁੰਦਾ ਹੈ ਜਿਹੜਾ ਜਿਹਨੂੰ ਤਜਰਬਾ ਨਾ ਹੋਵੇ, ਨਾ ਤਜਰਬੇਕਾਰ ਜਿਹਨੂੰ ਹੁੰਦਾ ਨਾ, ਜਿਹਨੂੰ ਕੋਈ ਕਿਸੇ ਚੀਜ਼ ਦਾ ਐਕਸਪੀਰੀਅੰਸ ਨਹੀਂ ਹੁੰਦਾ, ਉਹਨੂੰ ਕਹਿੰਦੇ ਨੇ ਮੂਰਖ। ਜਾਂ ਇਹੋ ਜਿਹਾ ਬੰਦਾ ਜਿਹੜਾ ਐਕਸਪੀਰੀਅੰਸ ਲੈਂਦਾ ਨਹੀਂ। ਹੁਣ ਅਸੀਂ ਆਪਣੇ ਆਪ ਨੂੰ ਦੇਖੀਏ, ਸਾਡੀ ਜ਼ਿੰਦਗੀ 'ਚ ਕਿੰਨੇ ਐਸੇ ਮੌਕੇ ਆਏ ਨੇ ਜਿਹੜੇ ਸਾਡੇ ਸਾਹਮਣੇ ਘਟਨਾ ਵਾਪਰਦੀ ਹੁੰਦੀ ਹੈ, ਅਸੀਂ ਉਹਦੇ ਤੋਂ ਕੁਝ ਨਹੀਂ ਸਿੱਖਦੇ। ਸਾਡੇ ਪੜੋਸ 'ਚ, ਸਾਡੇ ਰਿਸ਼ਤੇਦਾਰੀ, ਸਾਡੇ ਜਾਣ ਪਛਾਣ, ਸਾਡੇ ਦੋਸਤੀ ਯਾਰੀ ਮਿੱਤਰਾਂ, ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਨਾਲ, ਉਹਨਾਂ ਦੇ ਜੋ ਘਟਨਾ ਵਾਪਰਦੀ ਹੈ, ਉਹੀ ਘਟਨਾ ਸਾਡੇ ਨਾਲ, ਅਸੀਂ ਵੀ ਉਸੇ ਚੀਜ਼ ਬੋਲੇ ਹੁੰਦੇ।
ਉਹ ਫਲਾਣਾ ਇਹ ਕਰ ਗਿਆ ਜੀ, ਉਹ ਕਰ ਗਿਆ ਜੀ, ਉਹਦੇ ਨਾਲ ਇਹ ਹੋਇਆ, ਉਹਦੇ ਨਾਲ, ਅਸੀਂ ਵੀ ਉਹੀ ਕੁਝ ਕਰ ਰਹੇ ਹੁੰਦੇ। तो कितने ही जिंदगी के ऐसे बेअंत ख्याल, बेअंत कर्म, बेअंत चीज़ां ऐसी होंदियां जो साडे नाल खुद अपनियां मारदी। असंख मूर्ख अंधघोर, और सारी और मूर्खतावां सानू अंधघोर दे लैके जांदियां। अंधघोर मतलब अंधेरा, जो जिस चीज़ को असीं तजुर्बा नहीं लैंदे या सानू जिस चीज़ का तजुर्बा नहीं हुंदा, वो सानू हमेशा रसातल वाल, गिरावट वाल, अंधेरे वाल, नुकसान वाल लैके जांदी। असंख चोर हरामखोर। हुण चोर का मतलब यह नहीं होंदा कि किसी जरूरी नहीं होंदा किसी संग ला के किसी दे घर वड़ के किसी चोरी का मतलब किसी दे चीज़ के उत्ते भी ध्यान लगना, नज़र रखनी, उन्होंने अपना समझना, या उहदे ते किसी भी तरह की ये अपने आप नूं असीं चैक करना है किन्ना कुछ कीता होएगा असीं यह चीज़। और हरामखोरी की होंदी है? हरामखोर होंदा जो हरामखोरी करता। हरामखोरी की होंदा अकिरत घणता जिहड़ी होंदी ना, किसी का खाधा होया है, किसी का लिता होया, किसी की एहसान फरामोश जिहड़ा होंदा ना, उन्होंने कहते हरामखोरी कर रहा है। असीं किथे किथे कीती है उस रब्बी दातां दी, असीं आप जाणदे हां। गुरबाणी कहते मूड़े तै मन ते राम बिसारियो, लूण खाए करे हराम खोरी, पेखत नैन बिदारियो। उस मालक का दिता सब कुछ खांदा है, फिर भी हरामखोरी करदा, फिर भी ना शुकराना। सो कितनी ही जिंदगी असीं अपने ख्याल देखिए, अपने कर्म देखिए, तो अपने आप में सानू पता लगेगा असंख चोर हरामखोर मैं कीतियां हैं। असंख अमर कर जाहे जोर, अमर रहन दियां जिहड़ियां सानू दुनिया सामने वो फलाना मर गया, फलाना मर गया, उहदे नाल हो गया, मैं थोड़ा मर, मेरे नाल थोड़ा कुछ होएगा, ख्याल आंदा ना, वो जोर लाण लगे हुए अपने हिसाब नाल। असंख गलवड हत्या कमाए। हुण गलवड हत्या कमाए का मतलब सिर्फ यह नहीं कि किसी की चक्कू नाल गला वड़ देना, सिर्फ उन्होंने हत्या नहीं कहते। किसी भी तरह की गल मूँह चो कह के उन्होंने कलपा के उसका खून साड़ना, कि अपने आप च गला वड्डना, उसका खून कढ़ना, यह अपने आप च हत्या। आम घर के देखिए जो घर की कोई बच्चा होए, कोई नूह होए, कोई थोड़ा जिहा जोड़े वड्डे वडेरे खास तौर पर करते हैं, गल किसी को गलती हो गई, उन्होंने कहते हैं माफ़ी मंग, माफ़ी मंग मेरे को, मतलब वो जद तक लकीर ना कढ़ा दी है ना। असी पिछे जे एक होया मेरे नाल भी फैमिली दे विच, कुड़ी दे नाल कितनी गलबात की, कहते जी नहीं जी जब तक माफ़ी नहीं मंगेगी। मैं क्या माफ़ी मंग लेगी तो की होएगा? माफ़ी अंदरों अंदरों जब तक रियलाइज नहीं होगा, मूँहों कह भी दिता तो की होया? जब तक अंदरों वो रियलाइजेशन गल होंगी रियलाइजेशन की, माफ़ी का नहीं जी नहीं, मतलब एक किन्नी असी वो कर दें कि भाई जब तक मूँहों बोल नहीं देगा तो की होएगा, मूँहों बोल भी दिता तो की हो गया? अंदरों जब तक वो रियलाइजेशन नहीं, अंदरों समझ नहीं आई तो की फायदा? पर वो नीवा पा के जो असी अपने आप को उच्चा समझते ना कि भी खास असी वो हत्या ही है एक तरह की। वो कहते ना जे रत लगे कपड़े, रत लगे किसी को खून करेगा तो खून लग जाए, जे रत लगे कपड़े जामा होए पलीत, जे वो रत पीवे मानसा तेन क्यों निर्मल चीज। हुण वो रत पीवे मानसा तो खून कढ़ के थोड़ा पींदा, यही खून पीना अपने लफ्ज़ों के नाल, अपनी हरकतों के नाल, अपने किसी कर्मां के नाल किसी दी किसी नूं जिंदगी खराब कर देनी, यह हत्या अपने आप दे विच। असंख पापी
पाप कर जाएं। किन्ने ही मतलब पाप की डेफिनेशन तो खैर बहुत ਵੱਡੀ ਹੈ, ਲੇਕਿਨ ਇਹ ਆਪਣੇ ਆਪ ਨੂੰ ਅਸੀਂ ਦੇਖੀਏ ਕਿ ਕਿੰਨੀਆਂ ਜ਼ਿੰਦਗੀ ਦੇ ਵਿੱਚ ਅਸੀਂ ਇਹੋ ਜਿਹੀ ਚੀਜ਼ਾਂ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਰਹਾਉ ਦੀ ਪੰਕਤੀ ਹੈ, ਤੇਰਾ ਨਾਂ ਇੱਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹ ਆਧਾਰ। ਉਹ ਪੂਰਾ ਸ਼ਬਦ ਜਿਹੜਾ ਨਾ ਉਹ ਆਪਣੇ ਆਪ ਤੇ ਢੁਕਾਇਆ ਕਿ ਮੈਂ ਕੀ 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 ਕੀਤਾ। ਹੁਣ ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, कूड़ छुरा मुख मुरदार मुठा मुरदार, धानक रूप रहा करतार, मैं पत की पंध न करनी सार, वो बिगड़े रूप महा बिकराल। ये सारे पाप जोड़े ना अपने आप के सैल्फ एनालिसिस है। हुण असीं अपने गुरु नानक साहब ने अपने आप से लाया टुका के सानू समझा रहे। सो ये सारी जड़ियाँ अगे पूरा शब्द जोड़ा है वो बड़ा कमाल का, ठगी हो ठगवाना, ठगी वेस की ठगी की, कित्थे कित्थे कि मैं दूजिਆਂ ਨੂੰ ਮਾਰਿਆ, कित्थे कित्थे कल्पाया, की कीता, सारा ਜਿਹੜੀ ਹੈ उस शब्द ਦੇ ਵਿੱਚ ਅਸੀਂ ਉਹ ਪੜ੍ਹਦੇ ਹਾਂ। ਤੇ ਅਸੀਂ ਆਪਣੇ ਆਪ ਨੂੰ ਸੈਲਫ ਐਨਾਲਿਸਿਸ ਕਰੀਏ ਕਿ ਕਿਹੜੇ ਉਹ ਕਰਮ, ਕਿਹੜੇ ਖਿਆਲ ਨੇ ਜਿਹੜੇ ਸਾਡੇ ਉਹ ਪਸੰਦ ਪਾਪੀ ਪਾਪ ਕਰ ਜਾਏ, ਕਿੰਨੇ ਅਸੀਂ ਕਰਕੇ ਆ ਜਾਂਦੇ ਹਾਂ। ਔਰ ਸਾਨੂੰ ਅਸੀਂ ਆਪਣੇ ਆਪ ਨੂੰ ਬੜਾ ਧਰਮੀ ਸਮਝਦੇ ਹਾਂ। ਅਸੰਗ ਕੁੜਿਆਰ ਕੁੜੇ ਫਿਰ ਰਾਏ। ਕੂੜ ਦੀ ਪਰਿਭਾਸ਼ਾ ਜਿਹੜੀ ਹੈ, ਕੂੜ ਦਾ ਪਰਿਭਾਸ਼ਾ ਸਿਰਫ ਇੰਨੀ ਕਿ ਝੂਠ, कूड़ का मतलब है झूठ। किन्नी वारी असी जिंदगी कूड़ बोलिया, झूठ बोलिया या झूठ बोलन का ख्याल आया सा, सैकड़े वारी, असंख्या वारी। और बेचैनी अपने अंदर होंदी है। ये भी बड़ी जिन्नी मर्जी असी साफ तरीके नाल बड़े वधिया ढंग दे नाल बोल दईए, पर किते अंदर वो चैन नहीं आता। पिछे कुछ दिन पहले की गल, मैं जाना सी बेटे ना, उन्होंने किसी बंदे नूं मिलना, जाना भी दूर नहीं सी है, पंजाबी बाग तो थोड़ा जा के, तो उन्हें टाइम दिता सी, इन्ने टाइम तक इन्हें कहा मैं आवाँगा। और वो टाइम हो गया तो वह फोन आया, हाँ भी घर हजे तैयार हो रहा, हाँ बस मैं निकल रहा, बस निकल गया, बस समझो निकल गया। मैं क्या ये तेरे कक्का टाइम लगना तैयार होने दे विच, तैनूं अजे 10-15 मिनट लगणगे। अगले तू कहता मैं निकल गया, हूँ वेट करेगा, नहीं कोई नहीं मैं जल्दी कर लाँगा। फटाफट जल्दी करके निकलिया। मैं नाल गया गड्डी च, इत्थों दी अजे तक बाहर नहीं निकलता, फिर फोन आ गया, किन्नी देर कित्थे पहुँच गया, बस मैं पहुँच गया, बस ये पुल चढ़ रहा मैं क्या तू क्यों उन्होंने परेशान, तू क्यों कहना भी मैं पुल चढ़ रहे हैं, ये कर रहे हैं, वो कर रहे हैं, पंजाबी बाग का पुल चढ़ रहे हैं, तू साफ कह नूं। नहीं मैं जल्दी गड्डी चलाए, सुभाष नगर मोड़ पर पहुँचे, वो कहता यार जल्दी करो। मैं क्या तू गड्डी रोक, उन्होंने आराम नाल कहा कि मैंने इन्ना टाइम लगेगा, मैं हजे इन्ना इत्थे हैगा वां। अगे मोड़ के उन्हें फिर कहता यार मैं ना थोड़ा लेट हो गया, मैं थोड़ा ये वो कहता अच्छा अरे यार पहले बता देता ना यार, मैं तो इंतजार ना करता, चल आ जा जल्दी आ जा। हूँ उस दिन उस कहते ही ना इन्हों इन्ना चैन आया, गड्डी भी आराम नाल चला रहा। मैं क्या हूँ गड्डी आराम नाल चला रहा, किन्नी तू स्पीडो स्पीड इधर उधर गड्डी चला रहा सी। अगले नूं भी ठीक लग गया कि हाँ भी तू सही गल कर दी, बस इन्नी गल सी। एक बार कह दो कि हाँ भी मैं इन्नी देर इन्ना टाइम लगेगा मैनूं, तो सच बोलता की हो गया। तो हूँ बार बार उन्होंने हर जगह तो उन्होंने झूठ बोलेगा, अगले फिर मोड़ ते उसका फोन आएगा, फिर उत्थे पहुँच के फिर वो जिहड़ा रस्ता 10 मिनट का 15 मिनट का है उत्थे तू अगर पौने घंटे पहुँचेगा, फिर उत्थे का की जवाब देगा। और बोलते इन्हों भी तसल्ली होगी कि हाँ अगले नहीं कहता ठीक है कोई गल नहीं, आ जा। मतलब कहना कि असी खाम खा कई बार जी है ना बेलोड़ा झूठ जड़ा बेलोड़ी बिना मतलब असी इहो जिहियां कर दिंदे जिथे कोई यूज़ नहीं है। असंग कुड़ियार कुड़े फिर कूड़ दे ही फिरते रहंदे, चैन नहीं आता। असंख मलेच मल पख खाए। मलेच एक्चुअल मलेच का जोड़ा लफज है ना, मलेच लफज होंदा किसी विदेशी वास्ते, जोड़े साडे देश का ना होए, साडे शहर साडे नगर का ना, वो बाहर के बंदे नूं मलेच लफज दिता। जितने भी है घर के अंदर दे उस रब्बी सिस्टम के उस गुणा तो अलावा कोई भी चीज़ ना वो मलेच ही है, वो बाहरले जोड़े
ਚੀਜ਼ਾਂ ਆਉਂਦੀਆਂ ਨੇ, ਬਾਹਰਲੇ ਵਿਚਾਰ ਆਉਂਦੇ ਨੇ, ਖਾਮ ਖਾ ਦੇ ਜਾ। ਮਲੇਛ ਲਫ਼ਜ਼ ਜਿਹੜਾ ਨਾ, ਇੱਕ ਮਲੇਛ ਆਉਂਦਾ ਹੈ, ਇੱਕ ਆਉਂਦਾ ਅਪਾਖਿਆ, ਜਿਹਨੂੰ ਮਲੇਛ ਵੀ ਹੁੰਦੇ ਜਿਹੜੇ, ਜਿਸ ਤਰ੍ਹਾਂ ਅਰਬੀ ਔਰ ਫਾਰਸੀ ਜਿਹੜੇ ਬੋਲਦੇ ਸੀ ਨਾ, ਉਹਨੂੰ ਮਲੇਛ ਕਿਹਾ ਜਾਂਦਾ ਸੀ, ਕਿਉਂਕਿ ਉਹਨਾਂ ਦੀ ਭਾਸ਼ਾ ਸਮਝ ਨਹੀਂ ਸੀ ਆਉਂਦੀ ਸੀ। ਜਿਹੜੀ ਦੂਜੀ ਭਾਸ਼ਾ ਬੋਲਦੇ ਸੀ ਨਾ, ਉਹਨੂੰ ਮਲੇਛ ਕਿਹਾ ਜਾਂਦਾ ਸੀ, ਜਿਹੜੇ ਵਿਦੇਸ਼ੀ ਸੀ। ਜਿਸ ਤਰ੍ਹਾਂ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਅਸੀਂ ਪੜ੍ਹਦੇ ਹਾਂ ਨਾ, ਅਪਾਖਿਆ ਦਾ ਮਤਲਬ ਜਿਹਦੇ ਨਾਲ ਸਾਡੀ ਭਾਸ਼ਾ ਨਹੀਂ ਮਿਲਦੀ। ਉਹ ਅਰਬੀ ਫਾਰਸੀ ਬੋਲਦੇ ਨੇ, ਉਹ ਅਪਾਖਿਆ ਜਿਹੜੇ ਬੋਲਦੇ ਨੇ, ਉਹਨਾਂ ਦਾ ਕੁੱਠਾ ਬੱਕਰਾ ਜਾ ਕੇ ਖਾ ਲੈਣਾ ਚੌਕ ਕੇ ਉੱਪਰ ਕਿਸੇ ਨਾਲ ਜਾਣਾ। ਸੋ ਉਹ ਜਿਹੜੀ ਭਾਸ਼ਾ ਜਿਹੜੀ ਹੈ, ਉਸ ਭਾਸ਼ਾ ਨੂੰ, ਜਿਹੜੀ ਵਿਦੇਸ਼ੀ ਭਾਸ਼ਾ ਭਾਵ ਜਿਹੜੀ ਅੰਦਰ ਹੀ ਰੱਬੀ ਗੁਣਾਂ ਦੇ ਜਿਸ ਢੰਗ ਦੇ ਨਾਲ ਸਾਨੂੰ ਬਣਾ ਕੇ ਭੇਜਿਆ ਰੱਬ ਨੇ, ਜਾਂ ਜੋ ਕੁਦਰਤ ਨੇ ਉਸ ਹੁਕਮ ਦੇ ਵਿੱਚ ਸਾਨੂੰ ਕੇਵਲ ਤੇ ਕੇਵਲ ਪਾਇਸ ਬੱਚਾ ਬਿਲਕੁਲ ਗੁਣ ਬਣਾ ਕੇ ਗੁਣ ਭਰਪੂਰ ਭੇਜਿਆ ਸੀ, ਉਹਦੇ ਅੰਦਰ ਕੋਈ ਵੀ ਅਵਗੁਣ ਨਹੀਂ ਸੀ। ਲੇਕਿਨ ਵਿਦੇਸ਼ੀ ਚੀਜ਼ਾਂ, ਜਿਹੜੀ ਬਾਹਰਲੀਆਂ ਚੀਜ਼ਾਂ ਅਸੀਂ ਲੈ ਲੈ ਕੇ ਅਸੰਖ ਚੀਜ਼ਾਂ ਸਾਡੇ ਅੰਦਰ ਭਰਤੀਆਂ, ਅਸੰਖ ਮਲੇਛ ਮਲ ਪੱਕ, ਫਿਰ ਉਹੀ ਮਲ ਪੱਕ ਖਾਂਦੇ ਰਹਿੰਦੇ। ਅਸੰਖ ਨਿੰਦਕ ਸਿਰ ਕਰਿਆ ਭਾਰ। ਨਿੰਦਕ ਵੀ ਹੁੰਦਾ ਜਿਹੜਾ ਕਿ ਕਿਸੇ, ਇਹ ਨਹੀਂ ਹੁੰਦਾ ਕਿ ਕਿਸੇ ਨੂੰ ਜਾ ਕੇ ਉਹਦੀ ਚੁਗਲੀ ਕਰਨੀ, ਉਸ ਦੇ ਸੱਚ ਨੂੰ, ਉਸਦੀ ਸਹੀ ਗੱਲ ਨੂੰ ਗਲਤ ਕਹਿ ਕੇ ਪੇਸ਼ ਕਰਨਾ, ਸੱਚ ਨੂੰ ਇਗਨੋਰ ਕਰਨ ਵਾਲਾ, ਸਹੀ ਗੱਲ ਨੂੰ ਇਗਨੋਰ ਕਰਨ ਵਾਲਾ ਨਿੰਦਕ। ਸੰਤ ਦਾ ਨਿੰਦਕ ਕਹਿੰਦੇ ਨਾ, ਸੰਤ ਦਾ ਨਿੰਦਕ ਕੀ ਹੁੰਦਾ? ਸੰਤ ਮਤਲਬ ਸੱਚ ਨੂੰ ਇਗਨੋਰ ਕਰਨ ਵਾਲਾ। ਪੂਰੀ ਸੁਖਮਨੀ ਸਾਹਿਬ ਦੀ ਜਿਹੜੀ ਪੰਗਤੀ ਹੈ, ਉਹ ਪੌੜੀ ਜਿਹੜੀ ਅਸਪਦੀ ਹੈ। ਸੋ ਅਸੰਖ ਨਿੰਦਕ, ਅਸੰਖਾਂ ਵਾਰੀ ਅਸੀਂ ਸੱਚ ਨੂੰ ਇਗਨੋਰ ਕੀਤਾ, ਔਰ ਇਗਨੋਰ ਕਰਦੇ ਹਾਂ, ਔਰ ਕਰਦੇ ਸੱਚ ਨੂੰ ਇਗਨੋਰ ਕੀਤਾ, ਝੂਠ ਦੇ ਨਾਲ ਜੁੜੇ ਤੇ ਸਿਰ ਕਰੇ ਭਾਰ, ਆਪਣੇ ਸਿਰ ਤੇ ਭਾਰ ਪਾ ਲੈਣ। ਇਹ ਸਾਰੀਆਂ ਜਿਹੜੀ ਉੱਪਰ ਦੀ ਲਿਸਟ ਦੱਸਿਆ, ਨਾਨਕ ਨੀਚ ਕਹੇ ਵਿਚਾਰ, ਇਹਨਾਂ ਦੀ ਵਿਚਾਰ ਹੈ ਸਾਰੀ ਲਿਸਟ ਜਿਹੜੀ ਹੈ, ਇਹ ਸਾਰੇ ਨੀਚਤਾ ਦੀ ਚੀਜ਼ਾਂ ਹੈਗੀ। ਇਸ ਪਰਟੀਕੂਲਰ ਪੌੜੀ ਦੇ ਵਿੱਚ, ਜਿੱਥੇ ਪਹਿਲੇ ਅਸੀਂ ਪੜ੍ਹਿਆ ਕਿ ਕੁਦਰਤ ਕਵਣ ਕਹਾਂ ਵਿਚਾਰ ਆਉਂਦਾ, ਇਸ ਪੌੜੀ ਦੇ ਵਿੱਚ ਆਇਆ ਨਾਨਕ ਨੀਚ ਕਹੇ ਵਿਚਾਰ। ਥੋੜਾ ਜਿਹਾ ਇੱਕ ਪੰਕਤੀ ਦਾ ਫਰਕ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਇਸ ਪੌੜੀ ਦੇ ਵਿੱਚ ਇਹ ਅਸੰਖਾਂ ਜਿਹੜੇ ਅਸੀਂ ਪਹਿਲੇ ਗੱਲ ਕੀਤੀ ਨਾ, ਕਿ ਤਿਸਤੇ ਹੋਏ ਲੱਖ ਦਰਿਆਓ, ਜਿਹੜੀ 16ਵੀਂ ਪੌੜੀ ਦੇ ਵਿੱਚ ਉਸ ਸਾਰੇ ਉਹ ਲੱਖਾਂ ਦਰਿਆ ਕਿਹੜੇ ਵਗਦੇ ਨੇ। ਇੱਕ ਪਿਛਲੀ ਪੌੜੀ ਦੇ ਵਿੱਚ ਉਹਨਾਂ ਦਰਿਆਵਾਂ ਦੀ ਗੱਲ ਸੀ, ਤੇ ਇਹ ਹੁਣ ਅਗਲੀ ਪੌੜੀ ਦੇ ਵਿੱਚ ਦੂਸਰੇ ਤਰ੍ਹਾਂ ਦੇ ਦਰਿਆ ਜਿਹੜੇ ਅੰਦਰ ਵਗਦੇ ਨੇ, ਉਹਦੀ ਦਰਿਆਵਾਂ ਦੀ ਗੱਲ ਹੈ। ਅਗਲੀ 18ਵੀਂ ਪੌੜੀ ਦੇ ਵਿੱਚ ਹੋਰ ਤਰ੍ਹਾਂ ਦੀ, ਜੇ 16, 17, 18 ਇਹ ਤਿੰਨ ਪੌੜੀਆਂ, 17, 18, 19 ਇਹ ਤਿੰਨ ਪੌੜੀਆਂ ਦੇ ਵਿੱਚ ਉਹਨਾਂ ਅਸੰਖਾਂ ਦੀ ਜਿਹੜੀ ਪੌੜੀ ਹੈ, ਉਹਨਾਂ ਅਸੰਖਾਂ ਦਰਿਆਵਾਂ ਦੀ ਗੱਲ ਜਿਹੜੀ ਕੀਤੀ ਹੈ, ਇਹਦੀ ਵਿਚਾਰ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਭੁੱਲਾਂ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।